हेलो एवरीवन वेलकम टू केमिस्ट्री ईयर ਅੱਜ ਬੇਟੇ ਆਪਾਂ ਕਲਾਸ +2 ਦਾ ਚੈਪਟਰ ਅਲਕੋਹਲਸ ਫਿਨੋਲਸ ਈਥਰਸ ਜਿਹੜਾ ਆਪਾਂ ਆਲਮੋਸਟ ਕੰਪਲੀਟ ਕਰ ਚੁੱਕੇ ਹਾਂ ਉਹਨੂੰ ਰਿਵਾਈਜ਼ ਕਰਨਾ ਹੈ ਤੇ ਨਾਲ ਦੀ ਨਾਲ ਨੇਮਡ ਰਿਐਕਸ਼ਨਸ ਤੇ ਕਨਵਰਸ਼ਨਸ ਕਿਵੇਂ ਕਰਨੀ ਹੈ ਇਹ ਸਮਝਣੇ ਹੈ ਠੀਕ ਹੈ ਸੋ ਵਿੱਚ ਬੇਟਾ ਮੈਨੂੰ ਤੁਹਾਡੀ ਪਾਰਟਿਸਿਪੇਸ਼ਨ ਦੀ ਪੂਰੀ ਜ਼ਰੂਰਤ ਪਏਗੀ ਸੋ ਲਾਈਵ ਚੈਟ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਸਵਾਲ ਪੁੱਛੂੰਗੀ ਉਹਦੇ ਆਨਸਰਸ ਲਿਖਣੇ ਹੈ ਠੀਕ ਹੈ So without wasting much time, let's begin with the topic. So ਜਦੋਂ ਆਪਾਂ ਰਿਵੀਜ਼ਨ ਕਰਨੀ ਹੈ ਆਪਣੇ ਇਸ ਚੈਪਟਰ ਦੀ alcohols, phenols and ethers ਤਾਂ ਬੇਟੇ ਤੁਸੀਂ ਆਪਣੀ ਰਿਵੀਜ਼ਨ ਦੇ ਨੋਟਸ ਕਿਸ ਤਰ੍ਹਾਂ ਬਣਾਉਣੇ ਹੈ ਉਹ ਅੱਜ ਤੁਸੀਂ ਸਮਝ ਲਓ ਸੋ ਜਦੋਂ ਵੀ ਤੁਸੀਂ ਇਸ ਚੈਪਟਰ ਦੀ ਰਿਵੀਜ਼ਨ ਕਰਨੀ ਹੈ ਮਤਲਬ ਇਹਨਾਂ ਤਿੰਨਾਂ ਦੀ ਰਿਵੀਜ਼ਨ ਕਰਨੀ ਹੈ ਨਾ ਤਾਂ ਇੱਕ ਕੰਪੈਰੀਜ਼ਨ ਦੇ ਵਿੱਚ ਤੁਸੀਂ ਆਪਣੇ ਨੋਟਸ ਨੂੰ ਨਵਾਂ ਐਂਗਲ ਦਿਓ ਜਿਵੇਂ ਸਪੋਜ਼ ਇੱਕ ਪੇਜ ਦੇ ਉੱਤੇ ਤੁਸੀਂ ਇਹਨਾਂ ਤਿੰਨਾਂ ਦੀ ਨੋਮਨਕਲੇਚਰ ਦੇ ਪੁਆਇੰਟਸ ਲਿਖ ਲਏ ਜਿਸ ਤਰ੍ਹਾਂ ਅਲਕੋਹਲ ਹੈ ਉਹਦਾ ਨੋਮਨਕਲੇਚਰ ਮਤਲਬ IUPAC ਲੈਂਗੁਏਜ ਇਹਨੂੰ ਅਲਕੇਨੋਲ ਕਹਿੰਦੇ ਆ ਈਥਰਸ ਨੂੰ ਆਪਾਂ IUPAC ਲੈਂਗੁਏਜ ਦੇ ਵਿੱਚ ਕੀ ਕਹਿੰਦੇ ਆ ਐਲਕੋਕਸੀ ਅਲਕੇਨ ਤੇ ਇਸੇ ਤਰ੍ਹਾਂ ਜਿਹੜੇ ਕਾਮਨਲੀ ਯੂਜ਼ ਹੋਣ ਵਾਲੇ ਫਿਨੋਲਸ ਹੈ ਉਹਨਾਂ ਦੇ ਕੀ ਨਾਮ ਹੈ ਸੋ ਇਹਨਾਂ ਨੂੰ ਤੁਸੀਂ ਬੇਟਾ ਆਪਣੇ ਨੋਟਸ ਦੇ ਵਿੱਚ ਸਪੈਸ਼ਲ ਐਮਫੈਸਿਸ ਦਿਓ ਕੰਪੈਰੀਜ਼ਨ ਦੇ ਫਾਰਮ ਦੇ ਵਿੱਚ ਠੀਕ ਹੈ ਦੈਨ ਸੈਕਿੰਡ ਪੁਆਇੰਟ ਜੋ ਨੋਮਨਕਲੇਚਰ ਦੇ ਬਾਅਦ ਆਪਾਂ ਸਟੱਡੀ ਕਰਨਾ ਹੁੰਦਾ ਹੈ ਦੈਟ ਇਜ਼ ਆਈਸੋਮੈਰਿਜ਼ਮ ਹੁਣ ਇਹਦੇ ਵਿੱਚ ਇੱਕ ਚੀਜ਼ ਧਿਆਨ ਚ ਰੱਖਣ ਵਾਲੀ ਹੈ ਕਿ ਫੰਕਸ਼ਨਲ ਆਈਸੋਮੈਰਿਜ਼ਮ ਪੋਜੀਸ਼ਨ ਆਈਸੋਮੈਰਿਜ਼ਮ ਮੈਟਾਮੈਰਿਜ਼ਮ ਅਲੱਗ-ਅਲੱਗ ਹੈ ਬਟ ਫੰਕਸ਼ਨਲ ਆਈਸੋਮੈਰਿਜ਼ਮ ਦੇ ਵਿੱਚ ਐਲਕੋਹਲ ਦਾ ਫੰਕਸ਼ਨਲ ਆਈਸੋਮਰ ਈਥਰ ਹੈ ਤੇ ਈਥਰ ਦਾ ਫੰਕਸ਼ਨਲ ਆਈਸੋਮਰ ਐਲਕੋਹਲ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੋਨਾਂ ਦਾ ਫਾਰਮੂਲਾ ਜਿਹੜਾ ਹੈ ਉਹ ਮੋਲੀਕੂਲਰ ਫਾਰਮੂਲਾ ਸੇਮ ਹੁੰਦਾ ਹੈ ਬਟ ਜੇ ਇਸੇ ਫਾਰਮ ਨੂੰ CnH2n + 1 OH ਇਸ ਸ਼ਕਲ ਚ ਲਿਖ ਦਈਏ ਤਾਂ ਇਹ ਅਲਕੋਹਲ ਹੈ ਔਰ ਜੇ ਆਪਾਂ ਇਹਨੂੰ ROR ਦੀ ਸ਼ਕਲ ਚ ਲਿਖ ਦਈਏ ਤਾਂ ਦਿਸ ਇਜ਼ ਈਥਰ ਠੀਕ ਸੋ ਨੈਕਸਟ ਚੀਜ਼ ਆ ਜਾਂਦੀ ਹੈ ਆਪਣੇ ਕੋਲੇ ਸਟਰਕਚਰਸ ਹੁਣ ਸਟਰਕਚਰਸ ਦੇ ਵਿੱਚ ਜੇ ਤੁਸੀਂ NCERT ਵੀ ਦੇਖੋਗੇ ਉੱਥੇ ਵੀ ਉਹਨਾਂ ਨੇ ਲਾਈਕ ਦਿਸ ਸਟਰਕਚਰ ਇਕੱਠੇ ਬਣਾ ਕੇ ਕੰਪੇਅਰ ਕੀਤੇ ਹੋਏ ਆ ਠੀਕ ਸੋ ਤੁਸੀਂ ਵੀ ਇਸ ਤਰੀਕੇ ਨਾਲ ਹੀ ਇਹਨਾਂ ਦੇ ਕੰਪੈਰੀਜ਼ਨ ਕਾਦੇ ਕੰਪੈਰੀਜ਼ਨ ਹੈ ਇੱਕ ਤਾਂ ਇਹਨਾਂ ਦੇ ਬੌਂਡ ਐਂਗਲ ਦਾ ਠੀਕ ਦੂਸਰੀ ਆ ਬੌਂਡ ਲੈਂਥ ਦਾ ਜੋ ਕਿ ਐਲਕੋਹਲਸ ਦੇ ਵਿੱਚ 142 ਇਹਦੇ ਵਿੱਚ 141 ਤੇ ਇੱਥੇ ਜਿਹੜੀ ਬੌਂਡ ਲੈਂਥ ਹੈ ਦੈਟ ਇਜ਼ ਸ਼ਾਰਟ ਸੋ ਇੱਥੇ ਕੁਐਸਚਨ ਬਣਦਾ ਹੈ ਵਾਈ ਦਿਸ ਬੌਂਡ ਲੈਂਥ ਇਜ਼ ਸ਼ਾਰਟ ਬੌਂਡ ਐਂਗਲ ਦੀ ਜੇ ਗੱਲ ਕਰੋ ਤਾਂ ਈਥਰਸ ਦੇ ਵਿੱਚ ਬੌਂਡ ਐਂਗਲ ਸਭ ਤੋਂ ਵੱਡਾ ਹੁੰਦਾ ਹੈ तो इन्हां दे विच जिहड़ा बॉन्ड एंगल है वो तकरीबन 109 ਦੇ ਅਪਰੋਕਸੀਮੇਟਲੀ ਨੀਅਰ ਅਬਾਊਟ ਹੀ ਹੁੰਦਾ ਹੈ ਹੁਣ ਇੱਥੇ ਕੁਐਸਚਨ ਬਣਦਾ ਹੈ ਵਾਈ ਬੌਂਡ ਐਂਗਲ ਇਜ਼ ਮੋਰ ਠੀਕ ਹੈ ਸੋ ਇਨ ਦਿਸ ਵੇ ਤੁਸੀਂ ਪਹਿਲਾ ਪੁਆਇੰਟ ਨੋਮਨਕਲੇਚਰ ਕਰ ਰਹੇ ਹੋ ਤਾਂ ਦੂਸਰਾ ਪੁਆਇੰਟ ਆਈਸੋਮਰਿਜ਼ਮ ਔਰ ਤੀਸਰਾ ਪੁਆਇੰਟ ਜਿਹੜਾ ਹੈ ਤੁਸੀਂ ਸਟਰਕਚਰਸ ਕੀਤੇ ਹੈ ਤੇ ਚੌਥਾ ਪੁਆਇੰਟ ਜਿਹੜਾ ਇਸ ਦੇ ਬਾਅਦ ਜਦੋਂ ਆਪਾਂ ਸਟਰਕਚਰਸ ਕਰ ਲੈਣਾ ਉਸ ਦੇ ਬਾਅਦ ਆਪਣੇ ਕੋਲੇ ਚੌਥਾ ਅਲਕੋਹਲ फिनोल यानी C6H5OH और ईथर्स ਦੇ ਕੰਪੈਰੀਜ਼ਨ ਦਾ ਚੌਥਾ ਪੁਆਇੰਟ ਬਣਨਾ ਹੈ ਇਹਨਾਂ ਦਾ ਪ੍ਰੈਪਰੇਸ਼ਨਸ ਦੇ ਮੈਥਡ ਠੀਕ ਹੈ ਹੁਣ ਜਿਵੇਂ ਮੈਂ ਮੈਮਰੀ ਚਾਰਟਸ ਦੀ ਹੈਲਪ ਦੇ ਨਾਲ ਤੁਹਾਨੂੰ ਪ੍ਰੋਪਰਟੀਜ਼ ਔਰ ਪ੍ਰੈਪਰੇਸ਼ਨਸ ਕਰਨੀਆਂ ਸਿਖਾਉਂਗੀ ਸੋ ਵੀ ਵਿਲ ਬੀ ਡੂਇੰਗ ਰਾਈਟ ਨਾਓ ਇਹਨਾਂ ਤਿੰਨਾਂ ਦੀਆਂ ਪ੍ਰੈਪਰੇਸ਼ਨਸ ਠੀਕ ਉਸ ਦੇ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਦੀਆਂ ਸੋ ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਤੁਸੀਂ ਬੇਟਾ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਮੈਂ ਟੈਬੂਲਰ ਫਾਰਮ ਦੇ ਵਿੱਚ ਸਪੋਜ਼ ਇਹਨਾਂ ਦੀ ਸੋਲਿਊਬਿਲਿਟੀ ਵਾਲਾ ਪੁਆਇੰਟ ਹੈ ਇਹਨਾਂ ਦੀ ਸਟੇਟ ਵਾਲਾ ਪੁਆਇੰਟ ਹੈ ਇਹਨਾਂ ਦੀ ਮੈਲਟਿੰਗ ਪੁਆਇੰਟ ਬੋਇਲਿੰਗ ਪੁਆਇੰਟ ਵਾਲਾ ਪੁਆਇੰਟ ਹੈ ਠੀਕ ਹੈ ਸੋ ਇੱਥੇ ਲਿਖਣਾ ਹੈ ਤੁਸੀਂ ਕਿ ਕਿਹੜਾ ਵਾਟਰ ਸੋਲਿਊਬਲ ਹੈ ਕਿਹੜਾ ਨਹੀਂ ਹੈ ਵਾਈ ਵਾਟਰ ਸੋਲਿਊਬਲ ਵਾਈ ਨਾਟ ਠੀਕ ਇਸ ਤਰੀਕੇ ਨਾਲ ਤੁਸੀਂ ਇਹਦੇ ਤੇ ਰੀਜ਼ਨ ਲਿਖਣੇ ਆ boiling point ਕਿੰਦਾ ਮੋਰ ਹੈ ਕਿੰਦਾ ਲੈਸ ਹੈ why it is more why it is less ਔਰ ਲਾਸਟ ਦੇ ਵਿੱਚ ਆਪਾਂ ਸਾਰਿਆਂ ਦੀਆਂ ਕੈਮੀਕਲ ਪ੍ਰੋਪਰਟੀਜ਼ ਕਰਨੀ ਹੈ ਠੀਕ ਹੈ ਹੁਣ ਅੱਜ ਦੇ ਇਸ ਲੈਕਚਰ ਦੇ ਵਿੱਚ ਇੱਕ ਤਾਂ ਤੁਹਾਨੂੰ ਮੈਂ ਚੀਜ਼ ਇਹ ਦੱਸੀ ਹੈ ਕਿ ਆਪਾਂ ਰਿਵੀਜ਼ਨ ਕਿੱਦਾਂ ਕਰਨੀ ਹੈ
ਤੁਸੀਂ ਆਪਣੇ ਨੋਟਸ ਕਿਸ ਤਰ੍ਹਾਂ ਬਣਾਣੇ ਹੈ, ਔਰ ਆਹ ਵਾਲੀਆਂ ਚੀਜ਼ਾਂ ਤੁਹਾਨੂੰ ਮੈਂ ਰਿਵਾਈਜ਼ ਕਰਵਾਉਂਗੀ ਹੁਣੇ, ਠੀਕ ਹੈ। ਦੂਸਰੀ ਚੀਜ਼ ਜੋ ਅੱਜ ਆਪਾਂ ਸਮਝਣੀ ਹੈ ਨਾ, ਉਹ ਐਗਜ਼ਾਮੀਨੇਸ਼ਨ ਦੇ ਵਿੱਚ ਆਪਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਡਿਸਟਿੰਕਸ਼ਨਸ ਦਾ, ਉਹਦੇ ਤੇ ਪੂਰਾ ਲਾਸਟ ਵੀਡੀਓ ਉਹਦੇ ਤੇ ਹੀ ਬੇਸਡ ਸੀਗਾ। ਸੋ ਉਹਨੂੰ ਅੱਛੀ ਤਰ੍ਹਾਂ ਗ੍ਰੈਸਪ ਕਰੋ। ਜਿਹੜੇ ਸਵਾਲ ਆਨੇ ਆ ਨਾ, ਉਹ ਦੋ ਕੰਪਾਊਂਡ ਦੇ ਕੇ ਪੁੱਛਣਗੇ, ਜਿਸ ਤਰ੍ਹਾਂ ਮੀਥੇਨੋਲ ਔਰ ਕਿਸੇ ਹੋਰ ਐਲਕੋਹਲ ਦੇ ਵਿੱਚ, ਕਿ ਹਾਊ ਯੂ ਵਿਲ ਡਿਸਟਿੰਗੁਇਸ਼, ਕੈਮੀਕਲ ਟੈਸਟ ਦੱਸੋ। ਸੋ ਆਇਡੋਫਾਰਮ ਟੈਸਟ ਜਿਹੜਾ ਕਿ ਈਥੇਨੋਲ ਸ਼ੋ ਕਰਦਾ ਹੈ। ਇਸੇ ਤਰ੍ਹਾਂ ਕੋਈ ਪ੍ਰਾਇਮਰੀ ਔਰ ਟਰਸ਼ਰੀ ਐਲਕੋਹਲ ਹੋ ਸਕਦਾ ਹੈ, ਤਾਂ ਵਿਕਟਰ ਮੇਅਰ ਟੈਸਟ, ਲਿਊਕਾਸ ਟੈਸਟ, ਤੁਸੀਂ ਕੁਝ ਵੀ ਦੱਸ ਸਕਦੇ ਹੋ। ਡਿਸਟਿੰਕਸ਼ਨ ਵਾਲੇ ਸਵਾਲ ਦੇ ਬਾਅਦ ਆਪਣੇ ਕੋਲ ਜਿਹੜਾ ਇੰਪੋਰਟੈਂਟ ਪੁਆਇੰਟ ਆਂਦਾ ਹੈ, that is named reactions। ਇਹਨਾਂ ਨੂੰ ਅਲੱਗ ਇੱਕ ਥਾਂ ਤੇ ਲਿਖਣਾ ਹੈ, ਤਾਂ ਹੀ ਲਰਨ ਕਰ ਸਕੋਗੇ ਐਗਜ਼ਾਮ ਤੋਂ ਪਹਿਲਾਂ। then we are to understand how to convert। ਕਨਵਰਸ਼ਨਸ ਜਿਹੜੀਆਂ ਆਣੀਆਂ ਬਹੁਤ ਜ਼ਰੂਰੀ ਹੈ। ਆਰਗੈਨਿਕ ਦੇ ਵਿੱਚ ਕਨਵਰਸ਼ਨਸ ਦਾ ਸਵਾਲ ਇੱਕ ਬਹੁਤ ਹੀ ਪੇਚੀਦਾ ਔਰ ਇੰਪੋਰਟੈਂਟ ਸਵਾਲ ਹੁੰਦਾ ਹੈ। ਉਸ ਤੋਂ ਬਿਨਾ ਆਪਣਾ ਲੈਕਚਰ ਜਿਹੜਾ ਹੈ ਉਹ ਪੂਰਾ ਨਹੀਂ ਹੁੰਦਾ। Now we will be doing preparation of alcohols। ਕੁਇਕ ਰਿਵੀਜ਼ਨ ਹੈ ਬੇਟਾ, ਮੈਂ ਤੁਹਾਨੂੰ ਸਿਰਫ ਇਹ ਇਸ ਲਈ ਕਰਵਾ ਰਹੀ ਹਾਂ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਤੁਹਾਡੇ ਨੋਟਸ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ, ਕਿ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਕੋਈ ਪੁਆਇੰਟ ਤੁਹਾਡਾ ਪੜਨ ਤੋਂ ਰਹਿ ਨਾ ਜਾਵੇ। ਸੋ ਪ੍ਰੈਪਰੇਸ਼ਨ ਆਫ ਐਲਕੋਹਲ, ਪਹਿਲਾ ਪੁਆਇੰਟ ਹੈ ਕਿ ਅਸੀਂ ਐਲਕਾਈਲ ਹੈਲਾਈਡ ਤੋਂ ਬਣਾਉਂਦੇ ਹਾਂ। ਐਲਕਾਈਲ ਹੈਲਾਈਡ RX ਲਿੱਤਾ, ਐਕਵਸ KOH ਪਾਵਾਂਗੇ ਤਾਂ ROH ਬਣ ਜਾਏਗਾ। ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਕੀ ਹੈ? ਨੋਟ ਕਰਨ ਵਾਲੀ ਗੱਲ ਹੈ ਕਿ ਜੇ ਟਰਸ਼ਰੀ ਐਲਕਾਈਲ ਹੈਲਾਈਡ ਲੈ ਲਿਆ ਤਾਂ ਸਾਨੂੰ ਇੱਥੇ ਐਲਕੋਹਲ ਨਹੀਂ ਮਿਲੇਗਾ, ਬਲਕਿ ਐਲਕੀਨ ਮਿਲੇਗੀ। ਸੋ ਇਹ ਪੁਆਇੰਟ ਜਿਹੜਾ ਹੈ ਨਾ, ਬੱਚੇ ਨੋਟਸ ਦੇ ਵਿੱਚ ਆਹ ਲਾਈਨ ਤਾਂ ਬੜੀ ਈਜ਼ੀਲੀ ਲਿਖ ਲੈਂਦੇ ਆ, ਠੀਕ ਹੈ, ਬਟ ਪੇਪਰ 'ਚ ਸਵਾਲ ਟਰਸ਼ਰੀ ਐਲਕਾਈਲ ਹੈਲਾਈਡ ਤੇ ਆ ਜਾਏਗਾ ਤੇ ਉੱਥੇ ਜਾ ਕੇ ਗੜਬੜ ਹੋ ਜਾਏਗੀ। ਸੋ ਸੈਕਿੰਡ ਪੁਆਇੰਟ ਮੈਥਡ ਆਫ ਪ੍ਰੈਪਰੇਸ਼ਨ ਆਫ ਐਲਕੋਹਲ ਦੇ ਵਿੱਚ ਹੈ ਰਿਡਕਸ਼ਨ ਆਫ ਐਲਡੀਹਾਈਡ ਐਂਡ ਕੀਟੋਨ। ਬੱਚਿਆਂ ਨੂੰ ਇਹ ਯਾਦ ਹੁੰਦਾ ਹੈ ਕਿ ਐਲਡੀਹਾਈਡ ਤੋਂ ਪ੍ਰਾਇਮਰੀ ਐਲਕੋਹਲ ਬਣੇਗਾ, ਕੀਟੋਨ ਤੋਂ ਸੈਕੰਡਰੀ ਐਲਕੋਹਲ। ਪਰ ਜੇ ਪੇਪਰ 'ਚ ਪੁੱਛਿਆ ਜਾਵੇ ਕਿ ਤੁਸੀਂ ਟਰਸ਼ਰੀ ਐਲਕੋਹਲ ਬਣਾਉਣਾ ਹੈ ਤਾਂ ਇਸੇ ਮੈਥਡ ਨਾਲ ਹੀ ਬਣਾ ਦਿੰਦੇ ਆ। ਸੋ ਆਪਾਂ ਇੱਥੇ ਇਹ ਚੀਜ਼ ਯਾਦ ਰੱਖਣੀ ਹੈ ਕਿ ਟਰਸ਼ਰੀ ਐਲਕੋਹਲ ਇਸ ਮੈਥਡ ਨਾਲ ਨਹੀਂ ਬਣਾਇਆ ਜਾ ਸਕਦਾ। ਔਰ ਜਿਹੜੇ ਰਿਡਿਊਸਿੰਗ ਏਜੰਟ ਹੈ ਉਹ ਜਾਂ ਤਾਂ ਹਾਈਡਰੋਜਨ ਹੋਏਗਾ, ਜਾਂ ਲਿਥੀਅਮ ਐਲੂਮੀਨੀਅਮ ਹਾਈਡਰਾਈਡ, ਜਾਂ ਸੋਡੀਅਮ ਦਾ ਇਥੇਨੋਲਿਕ ਸੋਲੂਸ਼ਨ। ਠੀਕ। ਨੈਕਸਟ ਥਰਡ ਪੁਆਇੰਟ ਹੈ ਕਿ ਜੇ ਕਾਰਬੋਕਸਿਲਿਕ ਐਸਿਡ ਜਾਂ ਐਸਟਰਸ ਨੂੰ ਆਪਾਂ ਰਿਡਿਊਸ ਕਰ ਦਿੰਨੇ ਆ ਨਾ, ਅਗੇਨ ਇਨ ਪ੍ਰੈਜ਼ੈਂਸ ਆਫ ਲਿਥੀਅਮ ਐਲੂਮੀਨੀਅਮ ਹਾਈਡਰਾਈਡ ਜਾਂ ਸੋਡੀਅਮ ਦਾ ਇਥੇਨੋਲਿਕ ਸੋਲੂਸ਼ਨ, ਤਾਂ ਆਪਣੇ ਕੋਲੇ ਐਲਕੋਹਲਸ ਆਰ ਫਾਰਮਡ। ਇਸ ਤੋਂ ਇਲਾਵਾ ਆਪਣੇ ਕੋਲੇ ਜਿਹੜੇ ਨੈਕਸਟ ਵੇ ਆਊਟ ਹੈ, that is from Grignard reagent। ਚੌਥਾ ਮੈਥਡ ਹੈ Grignard reagent ਤੋਂ, and this is believe me the best method। Grignard reagent ਤੋਂ ਕਨਵਰਸ਼ਨਸ ਦੇ ਵਿੱਚ ਦੇਖੋਗੇ ਤੁਸੀਂ, ਜਾਂ ਵੈਸੇ ਵੀ ਬਹੁਤ 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 ਇੰਪੋਰਟੈਂਟ ਹੈ। ਇਹਦੇ 'ਚ ਆਪਣੇ ਕੋਲੇ ਪ੍ਰਾਇਮਰੀ ਅਲਕੋਹਲ ਜੇ ਬਣਾਉਣਾ ਹੈ ਤਾਂ ਫਾਰਮੈਲਡੀਹਾਈਡ ਤੋਂ ਬਣੇਗਾ, ਤੇ ਜੇ ਸੈਕੰਡਰੀ ਬਣਾਉਣਾ ਹੈ ਤਾਂ ਕੋਈ ਵੀ ਐਲਡੀਹਾਈਡ ਲੈ ਲਓ। ਟਰਸ਼ਰੀ ਅਲਕੋਹਲ ਬਣਾਉਣਾ ਹੈ ਤਾਂ ਕੀਟੋਨ ਤੋਂ ਮਿਲੇਗਾ। ਸੋ ਟਰਸ਼ਰੀ ਅਲਕੋਹਲ ਬਣਾਉਣ ਦਾ ਤਰੀਕਾ ਕੇਵਲ RMGX ਵਾਲੇ ਮੈਥਡ ਦੇ ਵਿੱਚ ਹੀ ਆਪਾਂ ਪੜ੍ਹਦੇ ਹਾਂ, ਠੀਕ ਹੈ। ਸੋ ਯਾਦ ਇਸ ਮੈਥਡ ਦੇ ਵਿੱਚ ਇਹ ਰੱਖਣਾ ਹੈ ਕਿ RMGX ਦੀ ਜਿਹੜੀ R ਹੈ ਉਹਨੇ ਕਾਰਬੋਨਿਲ ਕਾਰਬਨ ਦੇ ਉੱਤੇ ਜਾ ਕੇ ਅਟੈਚ ਹੋ ਜਾਣਾ। ਇਹ ਚੀਜ਼ ਜਿਹੜੀ ਹੈ ਇਹਨੂੰ ਯਾਦ ਰੱਖਣਾ, ਠੀਕ। ਨੈਕਸਟ ਫਿਫਥ ਮੈਥਡ ਹੈ ਅਲਕੀਨ ਦਾ ਹਾਈਡਰੋਲਿਸਿਸ ਕਰ ਦੋ। ਐਲਕੀਨ ਦਾ ਹਾਈਡਰੋਲਿਸਿਸ ਕਰਨ ਦੇ ਲਈ ਆਪਾਂ ਇਹ ਯਾਦ ਰੱਖਦੇ ਹਾਂ ਕਿ ਜਿੱਥੇ ਡਬਲੀ ਬੌਂਡਡ ਕਾਰਬਨਸ ਹੈ ਸਿਰਫ ਉੱਥੇ ਹੀ ਆਪਣੇ ਕੋਲੇ ਡਬਲ ਬੌਂਡ ਟੁੱਟੇਗਾ ਤੇ ਇੱਕ H ਅਟੈਚ ਹੋ ਜਾਏਗੀ, ਇੱਕ OH ਅਟੈਚ ਹੋ ਜਾਏਗਾ। ਅਲਕੀਨਸ ਤੋਂ ਆਪਾਂ 6ਵਾਂ ਮੈਥਡ ਹੈ ਹਾਈਡਰੋਬੋਰੇਸ਼ਨ ਆਕਸੀਡੇਸ਼ਨ ਮੈਥਡ, ਜਿੰਦੇ ਨਾਲ ਆਪਾਂ ਐਲਕੋਹਲ ਬਣਾ ਸਕਦੇ ਹਾਂ। ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਹੜਾ ਡਾਈਬੋਰੇਨ ਹੈ ਨਾ, ਉਹਦਾ ਫਾਰਮੂਲਾ B2H6 ਹੁੰਦਾ ਹੈ, ਜਿਹਨੂੰ ਅਸੀਂ BH3 ਟਵਾਈਸ ਵੀ ਲਿਖ ਸਕਦੇ ਹਾਂ, ਠੀਕ ਹੈ। ਔਰ ਇੰਦੀਆਂ ਜਿਹੜੀਆਂ ਤਿੰਨੋਂ ਹਾਈਡਰੋਜਨਸ ਹੈ ਉਹਨਾਂ ਦੀ ਥਾਂ ਤੇ ਆਹ ਅਲਕਾਈਲ ਗਰੁੱਪ ਆ ਜਾਏਗਾ, ਟਰਾਈ ਅਲਕਾਈਲ ਬੋਰੇਨ। ਔਰ ਇੱਥੇ H2O2 ਹੈ ਐਲਕਲਾਈਨ ਮੀਡੀਅਮ 'ਚ, ਜਿੰਦੇ ਤੋਂ ਆਪਣੇ ਕੋਲੇ ਅੱਗੇ ਐਲਕੋਹਲ ਜਿਹੜਾ ਹੈ ਉਹ ਅਬਟੇਨ ਹੁੰਦਾ ਹੈ।
ਨੈਕਸਟ ਇੱਥੇ ਆਪਾਂ ਹੁਣ ਕਰਨੇ ਆ ਪ੍ਰੈਪਰੇਸ਼ਨ ਆਫ ਫੀਨੋਲ। ਸੋ ਪਹਿਲਾ ਮੈਥਡ ਹੈ ਬੈਂਜ਼ੀਨ ਸਲਫੋਨਿਕ ਐਸਿਡ ਤੋਂ ਆਪਣੇ ਕੋਲੇ ਫੀਨੋਲ ਬਣਦਾ ਹੈ। ਇੱਥੇ ਆਪਾਂ 2 ਵਾਰੀ NaOH ਦਾ ਇਸਤੇਮਾਲ ਕਰਦੇ ਹਾਂ 2 ਸਟੈਪਸ ਦੇ ਵਿੱਚ। ਪਹਿਲੀ ਵਾਰੀ NaOH ਸੋਲੂਸ਼ਨ, ਦੂਸਰੀ ਵਾਰੀ NaOH ਫਿਊਜ਼ਡ ਮੋਲਟਨ। ਦੂਸਰਾ ਮੈਥਡ ਵੈਰੀ ਇੰਪੋਰਟੈਂਟ ਡਾਇਜ਼ੋਨੀਅਮ ਸਾਲਟ ਤੋਂ। ਸੋ ਡਾਇਜ਼ੋਨੀਅਮ ਸਾਲਟ ਤੋਂ ਹਾਈਡਰੋਲਿਸਿਸ ਦੇ ਬਾਅਦ ਆਪਣੇ ਕੋਲੇ ਫੀਨੋਲ ਬਣ ਜਾਂਦਾ ਹੈ। ਤੀਸਰਾ ਮੈਥਡ ਸੋਡੀਅਮ ਸਾਲਟ ਆਫ ਸੈਲਿਸਿਲਿਕ ਐਸਿਡ, ਉਹਨੂੰ ਜਦੋਂ ਆਪਾਂ ਸੋਡਾ ਲਾਈਮ ਮਤਲਬ NaOH ਐਂਡ CaO ਇਹਨਾਂ ਦੋਨਾਂ ਦੇ ਮਿਕਸਚਰ ਦੇ ਨਾਲ ਜਦੋਂ ਇਹਨੂੰ ਹੀਟ ਅਪ ਕਰਾਂਗੇ ਤਾਂ ਕਾਰਬਨ ਡਾਈਆਕਸਾਈਡ ਇੱਥੋਂ ਦੀ ਨਿਕਲ ਜਾਂਦੀ ਹੈ, ਜਿਸ ਕਰਕੇ ਇਸ ਰਿਐਕਸ਼ਨ ਨੂੰ ਡੀਕਾਰਬੋਕਸਿਲੇਸ਼ਨ ਰਿਐਕਸ਼ਨ ਕਿਹਾ ਜਾਂਦਾ ਹੈ। ਕਾਰਬਨ ਡਾਈਆਕਸਾਈਡ ਨਿਕਲਦੀ ਹੈ ਇਨ ਫਾਰਮ ਆਫ Na2CO3। ਓਕੇ, ਜਿਹੜੀ ਆ CO ਹੈ ਨਾ CO2 ਇਹਨੇ ਬਾਹਰ ਨਿਕਲ ਜਾਣਾ ਹੈ, Na2CO3 ਬਣ ਜਾਣਾ। So ultimately we get phenol. Then fourth method very popular, that is from Grignard's reagent. ਇਹਦੇ ਨਾਲ ਵੀ ਆਪਣੇ ਕੋਲੇ phenol obtain ਹੋ ਜਾਂਦੀ ਹੈ। Then fifth, sixth and seventh method, they are commercially used methods. Commercial method ਦੇ ਵਿੱਚ Dawes process ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਜਿੱਥੇ ਆਪਾਂ ਕਲੋਰੋਬੈਂਜ਼ੀਨ, ਔਰ ਰੈਸਟਿਕ ਮੈਥਡ ਦੇ ਵਿੱਚ ਆਪਾਂ ਬੈਂਜ਼ੀਨ ਦਾ ਇਸਤੇਮਾਲ ਕਰਦੇ ਹਾਂ। ਕਿਊਮੀਨ ਦੇ ਵਿੱਚ ਬੇਟੇ ਆਪਣੇ ਕੋਲੇ ਆਈਸੋਪ੍ਰੋਪਾਈਲ ਬੈਂਜ਼ੀਨ ਹੁੰਦੀ ਹੈ, ਜਿੰਦੇ ਤੋਂ ਇਹਨਾਂ ਤਿੰਨਾਂ ਤੋਂ ਮਤਲਬ ਆਪਣੇ ਕੋਲੇ ਫੀਨੋਲ ਬਣ ਜਾਂਦਾ। ਸੋ ਮੇਨ ਪੁਆਇੰਟ ਹੈ ਇਹਨਾਂ ਦੇ ਇਨੀਸ਼ੀਅਲ ਰਿਐਕਟੈਂਟਸ ਨੂੰ ਯਾਦ ਰੱਖਣਾ। ਡਾਊਸ ਪ੍ਰੋਸੈਸ ਦੇ ਵਿੱਚ ਇਟ ਇਜ਼ ਕਲੋਰੋਬੈਂਜ਼ੀਨ ਤੇ ਕਿਊਮੀਨ ਜਿਹੜਾ ਹੈ ਆਈਸੋਪ੍ਰੋਪਾਈਲ ਬੈਂਜ਼ੀਨ ਤੋਂ। ਦੈਨ ਰੈਸਟਿਕ ਮੈਥਡ ਜਿਹੜਾ ਹੈ that is from benzene only. Next is chemical properties of alcohols and of course phenols ਦੀਆਂ ਵੀ ਇਹਨਾਂ ਦਾ ਕੰਪੈਰੀਜ਼ਨ ਕਰਨਾ ਹੈ, ਠੀਕ ਹੈ। ਸੋ ਜਦੋਂ ਆਪਾਂ ਫੀਨੋਲ ਤੇ ਐਲਕੋਹਲ ਦਾ ਕੰਪੈਰੀਜ਼ਨ ਕਰਦੇ ਹਾਂ ਕੈਮੀਕਲ ਪ੍ਰੋਪਰਟੀਜ਼ ਦਾ, ਤਾਂ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਦੋਨੋਂ ਹੀ ਐਸਿਡ ਹੈ, ਬਟ ਐਲਕੋਹਲਸ ਆਰ ਵੀਕਰ ਐਸਿਡ ਦੈਨ ਵਾਟਰ, ਜਦਕਿ ਫੀਨੋਲਸ ਆਰ ਮੋਰ ਐਸਿਡਿਕ ਦੈਨ ਇਥਾਈਲ ਐਲਕੋਹਲ। ਔਰ ਇਹਦਾ ਬਹੁਤ ਹੀ ਇੰਪੋਰਟੈਂਟ ਥਿਊਰੀ ਕੁਐਸਚਨ ਬਣਦਾ ਹੈ, ਵਾਈ ਫੀਨੋਲਸ ਆਰ ਸਟਰੋਂਗਰ ਐਸਿਡਸ, ਠੀਕ ਹੈ। ਸੋ ਇੱਥੇ ਆਪਾਂ ਜੇ ਤੁਹਾਨੂੰ ਧਿਆਨ ਚ ਹੋਵੇ ਤਾਂ ਰੈਜ਼ੋਨੇਟਿੰਗ ਸਟਰਕਚਰਸ ਡਰਾ ਕਰਕੇ ਦੇਖੀਆਂ ਸੀ। ਇੱਕ ਵਾਰੀ ਫਿਰ ਉਹਨਾਂ ਨੂੰ ਇੱਥੇ ਹੀ ਲਿਖ ਕੇ ਦੇਖ ਲਈ ਆਪਾਂ, ਰੈਜ਼ੋਨੇਟਿੰਗ ਸਟਰਕਚਰਸ ਨੂੰ ਵੀ ਡਰਾ ਕਰਕੇ ਦੇਖ ਲੈਂਦੇ ਆ। ਰੈਜ਼ੋਨੇਟਿੰਗ ਸਟਰਕਚਰਸ ਜਦੋਂ ਆਪਾਂ ਡਰਾ ਕਰ ਰਹੇ ਸੀਗੇ ਨਾ, ਤਾਂ ਮੈਂ ਤੁਹਾਨੂੰ ਇਹਨਾਂ ਰੈਜ਼ੋਨੇਟਿੰਗ ਸਟਰਕਚਰਸ ਨੂੰ ਡਰਾ ਕਰਨ ਦਾ ਇੱਕ ਫੂਲ ਪ੍ਰੂਫ ਮੈਥਡ ਦੱਸਿਆ ਸੀ ਕਿ ਸਭ ਤੋਂ ਪਹਿਲਾਂ 5 ਬੈਂਜ਼ੀਨ ਰਿੰਗਸ ਬਣਾ ਲਓ। ਉਹਨਾਂ 5 ਬੈਂਜ਼ੀਨ ਰਿੰਗਸ ਦੇ ਵਿੱਚੋਂ ਦੀ ਪਹਿਲੇ ਵਾਲੇ ਸਟਰਕਚਰ ਤੇ ਤਾਂ ਤੁਸੀਂ ਨਾਰਮਲ ਜੋ ਵੀ ਤੁਸੀਂ ਜਿੱਦਾਂ ਬਣਾਉਂਦੇ ਹੋ, ਤੇ ਲਾਸਟ ਵਾਲੇ ਸਟਰਕਚਰ ਦੇ ਵਿੱਚ ਵੀ ਨਾਰਮਲ ਫੀਨੋਲ ਲਾਈਕ ਦਿਸ, ਬਟ ਬੌਂਡ ਇਨ ਦੇ ਆਲਟਰਨੇਟ, ਠੀਕ ਹੈ। ਹੁਣ ਜਿਹੜੇ ਵਿਚਕਾਰਲੇ ਹੈ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਡਬਲ ਬੌਂਡ, ਠੀਕ, O ਤਿੰਨਾਂ ਦੇ ਵਿੱਚ ਲਾਈਕ ਦਿਸ OH ਲਿਖਤਾ। ਇੱਥੇ ਇੱਕ ਇੱਕ ਲੋਨ ਪੇਅਰ ਬਣਾ ਦੋ ਤੇ ਇੱਕ ਪੋਜ਼ਿਟਿਵ ਚਾਰਜ। ਦਰਅਸਲ ਆਹ ਵਾਲਾ ਲੋਨ ਪੇਅਰ ਜਿਹੜਾ ਹੈ ਇੱਥੇ ਬੌਂਡ ਬਣ ਗਿਆ, ਸੋ ਐਜ਼ ਅ ਰਿਜ਼ਲਟ ਇੱਥੇ ਨੈਗੇਟਿਵ ਚਾਰਜ ਆ ਗਿਆ, ਬਾਕੀ ਬੌਂਡ ਉਦਾਂ ਦੇ ਉਦਾਂ। ਸੋ ਆਹ ਵਾਲੇ ਨੈਗੇਟਿਵ ਨੇ ਮੁੜ ਕੇ ਇੱਕ ਕਾਰਬਨ ਛੱਡ ਕੇ ਇਸ ਤਰ੍ਹਾਂ ਆ ਜਾਣਾ ਹੈ। ਜਿੱਥੇ ਨੈਗੇਟਿਵ ਚਾਰਜ ਹੈ ਉਹਦੇ ਨਾ ਸੱਜੇ ਨਾ ਖੱਬੇ ਆਪਾਂ ਉੱਥੇ ਬੌਂਡ ਨਹੀਂ ਬਣਾਉਣਾ, ਨਾ ਸੱਜੇ ਨਾ ਖੱਬੇ, ਲਾਈਕ ਦਿਸ। ਸੋ ਰੱਟਾ ਮਾਰਨਾ ਆਸਾਨ ਹੋ ਗਿਆ। ਫਿਨੋਲ ਔਰ ਐਲਕੋਹਲ ਦੀ ਐਸਿਡਿਕ ਸਟਰੈਂਥ ਦਾ ਕੰਪੈਰੀਜ਼ਨ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਫਿਨੋਲ ਦੇ ਕੇਸ ਦੇ ਵਿੱਚ ਔਰ ਐਲਕੋਹਲ ਦੇ ਕੇਸ ਦੇ ਵਿੱਚ ਦੋਨਾਂ ਦੇ ਵਿੱਚ ਅਲਕੋਕਸਾਈਡ ਔਰ ਫਿਨੋਕਸਾਈਡ ਆਇਨ ਬਣਨਾ ਹੈ। ਸੋ ਜਿਹੜਾ ਫਿਨੋਕਸਾਈਡ ਆਇਨ ਹੈ ਇਹ ਰੈਜ਼ੋਨੈਂਸ ਸਟੇਬਲਾਈਜ਼ਡ ਹੁੰਦਾ ਹੈ, ਆ ਰੈਜ਼ੋਨੈਂਸ ਸਟੇਬਲਾਈਜ਼ਡ ਨਹੀਂ ਹੈ, ਜਿਸ ਕਰਕੇ ਇਹ ਚੀਜ਼ ਜ਼ਿਆਦਾ ਸਟੇਬਲ ਹੈ ਤਾਂ ਈਜ਼ੀਲੀ ਫਾਰਮ ਹੋ ਜਾਏਗੀ, ਇਹਦੀ ਫਾਰਮੇਸ਼ਨ ਫੇਵਰ ਹੋਏਗੀ, ਇਹਦੀ ਫਾਰਮੇਸ਼ਨ ਜਿਹੜੀ ਆ ਉਹ ਫੇਵਰ ਨਹੀਂ ਹੋਏਗੀ। ਫਿਨੋਲ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਆਕਸੀਜਨ ਦੇ ਉੱਤੇ ਪੋਜ਼ਿਟਿਵ ਚਾਰਜ ਆ ਜਾਂਦਾ ਤੇ ਆਕਸੀਜਨ ਜਿਹੜੀ ਹੈ ਇਸ ਇਲੈਕਟ੍ਰੋਨ ਪੇਅਰ ਨੂੰ ਆਪਣੇ ਵੱਲ ਖਿੱਚੇਗੀ ਤੇ ਐਜ਼ ਅ ਰਿਜ਼ਲਟ H ਨੂੰ H ਪੋਜ਼ਿਟਿਵ ਦੀ ਸ਼ਕਲ 'ਚ ਬਾਹਰ ਕੱਢ ਦੇਗੀ। ਸੋ ਰਿਲੀਜ਼ ਆਫ ਪ੍ਰੋਟੋਨ ਇਜ਼ ਈਜ਼ੀਅਰ। तो एज अ रिजल्ट
ਆਪਾਂ ਦੇਖਦੇ हैं कि फिनोल्स आर मोर एसिडिक। दो रीजन है, पहला आ वाला रीजन है कि ऑक्सीजन ਦੇ ਉੱਤੇ ਪੋਜ਼ਿਟਿਵ ਚਾਰਜ ਆ ਗਿਆ, ਦੂਸਰਾ फिनोक्साइड इज मोर स्टेबल दैन अल्कोक्साइड। सो इस दे बाद ਆਪਾਂ ਹੁਣ ਇਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਕਰਨੀ ਹੈ। ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਦਿਸ ਇਜ਼ ਮੈਮਰੀ ਚਾਰਟ। बेटे मैमरी चार्ट ਤੁਹਾਨੂੰ ਬਣਾਣੇ ਆਣੇ ਬਹੁਤ ਜ਼ਰੂਰੀ ਹੈ। ਆਰਗੈਨਿਕ ਦੇ ਵਿੱਚ ਇੰਨੀਆਂ ਰਿਐਕਸ਼ਨਸ ਹੈ ਨਾ, ਜਦ ਤੱਕ ਤੁਸੀਂ ਮੈਮਰੀ ਚਾਰਟ ਨਹੀਂ ਬਣਾਉਂਦੇ ਤਦ ਤੱਕ ਤੁਹਾਨੂੰ ਆਰਗੈਨਿਕ ਦੀਆਂ ਰਿਐਕਸ਼ਨਸ ਯਾਦ ਨਹੀਂ ਹੋ ਸਕਦੀਆਂ। ਸੋ ਮੈਮਰੀ ਚਾਰਟ ਤੁਸੀਂ ਕਿੱਦਾਂ ਬਣਾਉਣਾ ਹੈ, ਆਪਾਂ ਇਥੇਨੋਲ ਦੀਆਂ ਜਾਂ ਕਹਿ ਲਓ ROH ਦੀਆਂ ਜਿਹੜੀਆਂ ਰਿਐਕਸ਼ਨਸ ਹੈ ਉਹ ਕਰ ਰਹੇ ਹਾਂ। ਸੋ ਪਹਿਲੀ ਰਿਐਕਸ਼ਨ ਹੈ ਕਿ ROH ਜਿਹੜਾ ਹੈ ਸੋਡੀਅਮ ਇਨ ਪ੍ਰੈਜ਼ੈਂਸ ਆਫ ਸੋਡੀਅਮ ਹਾਈਡਰਾਈਡ ਸੋਡੀਅਮ ਇਥੋਕਸਾਈਡ ਬਣਾਏਗਾ। एसिटिक एसिड ਦੇ ਨਾਲ ਇਹ ਐਸਟਰ ਬਣਾਏਗਾ। ਐਸਿਡ ਕਲੋਰਾਈਡ ਦੇ ਨਾਲ ਵੀ ਐਸਟਰ ਬਣਾਏਗਾ। RMGX ਦੇ ਨਾਲ ਇਹ ਐਲਕੇਨ ਬਣਾਏਗਾ। ਮੇਨ ਦਿਸ ਇਜ਼ ਦੀ ਮੇਜਰ ਪ੍ਰੋਡਕਟ ਐਲਕੇਨ। ਦੈਨ HCl and ZnCl2 ਲਿਊਕਾਸ ਰੀਏਜੈਂਟ ਯਾਦ ਹੈ। ਸੋ ਇੱਥੇ RX ਬਣੇਗਾ। PCl5 ਨਾਲ ਵੀ RX ਬਣੇਗਾ। KBr in presence of phosphoric acid ਇੱਥੇ ਬ੍ਰੋਮੋ कंपाउंड बन जाएगा। दैन KI दे नाल आइडो कंपाउंड बन जाएगा। फॉस्फोरस प्लस हैलोजन दे नाल भी अपने कोले RX बनेगा। SOCl2 नाल भी RX बनेगा। दैन जे आपां ऑक्सीडाइज करते हैं तो अपने कोले कार्बोक्सिलिक एसिड बननगे। जे कॉपर ले रहे हैं तो डिहाइड्रोजिनेशन होएगी, एल्डिहाइड बनेगा। जे आपां सल्फ्यूरिक एसिड ले रहे हैं ना तो वख-वख टेंपरेचर ते अपने कोले अलग-अलग प्रोडक्ट्स आएंगे। जिवें 443 ते अल्कीन, 413 ते ईथर, देन 383 ते हाइड्रोजन सल्फेट बनेगा। सो जे तुसी इस तरीके दा मेमरी चार्ट बनाने हो तां तुहानू अल्कोहल दियां प्रॉपर्टीज नाल दी नाल ही फिनोल दियां प्रॉपर्टीज कंपैरिजन फॉर्म दे विच जिहड़ा है वो याद हो जांदी है। बेटे मेमरी चार्ट दी मदद नाल तुसी पूरा चैप्टर मिंटां च रिवाइज कर सकते हो। जिवें हुण फिनोल दियां रिएक्शनस है। सो पहली रिएक्शन है कि सोडियम दे नाल सोडियम हाइड्रोक्साइड दी प्रेजेंस च सोडियम फिनोक्साइड, जिंक दे नाल बेंजीन बनेगी, अमोनिया दे नाल एनिलिन बनेगी, एसिड क्लोराइड दे नाल एस्टर बनेगा। देन एसिड क्लोराइड अगेन या एसिड एनहाइड्राइड दे नाल भी एस्टर बनेगा। ब्रोमीन इन प्रेजेंस ऑफ CO2 या ब्रोमीन इन प्रेजेंस ऑफ एक्वस मीडियम अपने कोले मोनो सब्सटीट्यूटेड या ट्राई सब्सटीट्यूटेड प्रोडक्ट्स बननगे जिंदे वाइट प्रेसिपिटेट होंदे है। फिनोल दियां कुछ रिएक्शंस अपने कोले आ भी पईयां होईयां, जिवें जिन्हों आपां इलेक्ट्रोफिलिक सब्सटीट्यूशन रिएक्शन कैटेगरी च पढ़िया सीगा। इत्थे आपां हैडिंग भी बना सकते हैं इलेक्ट्रोफिलिक सब्सटीट्यूशन। सो नाइट्रेशन मतलब ऑर्थो पैरा नाइट्रोफिनोल बननगे। देन जे आपां नाइट्रिक एसिड और सल्फ्यूरिक एसिड दोनों कंबाइन लेने हैं तो अपने कोले पिक्रिक एसिड बनेगा। सो पिक्रिक एसिड दा जिहड़ा स्ट्रक्चर है एग्जामिनेशन पॉइंट ऑफ व्यू नाल पिक्रिक एसिड जिहड़ा बहुत इंपॉर्टेंट स्ट्रक्चर है। ठीक है। सो ਜਿਹੜੀਆਂ इंपॉर्टेंट चीज़ां है ਤੁਸੀਂ ਉਹਨਾਂ ਨੂੰ ਸਟਾਰ ਮਾਰਕ ਕਰ ਸਕਦੇ ਹੋ ਵੀ ਜੇ ਤੁਰਦੇ ਫਿਰਦੇ ਜ਼ਰਾ ਜੀ ਵੀ ਕਾਪੀ ਖੁੱਲੇ ਤਾਂ ਤੁਹਾਨੂੰ ਉਹ ਧਿਆਨ ਚ ਆ ਜਾਣ ਵੀ ਇਹ ਪੜ੍ਹਨੀ ਹੈ। ਦੈਨ ਇਸੇ ਤਰੀਕੇ ਨਾਲ ਜੇ ਸਲਫਿਊਰਿਕ ਐਸਿਡ ਨਾਲ ਡਿਫਰੈਂਟ ਟੈਂਪਰੇਚਰ ਰੇਂਜ ਤੇ ਆਪਣੇ ਕੋਲੇ ਬੈਂਜ਼ੀਨ ਸਲਫੋਨਿਕ ਐਸਿਡ 2 ਹਾਈਡਰੋਕਸੀ ਜਾਂ 4 ਹਾਈਡਰੋਕਸੀ ਬੈਂਜ਼ੀਨ ਸਲਫੋਨਿਕ ਐਸਿਡ। ਸੋ ਇਹਨਾਂ ਪੁਆਇੰਟਸ ਨੂੰ ਤੁਸੀਂ ਬਹੁਤ ਈਜ਼ੀਲੀ ਸਮਰਾਈਜ਼ ਵੀ ਕਰ ਸਕਦੇ ਹੋ ਤੇ ਲਰਨ ਵੀ ਕਰ ਸਕਦੇ ਹੋ। सो मेरा अज दे इस लैक्चर दे विच मेन मोटिव तुहानू मैमरी चार्ट किवें बनाने हैं वो सिखाना है। ठीक है। सो इस चीज़ नू इग्नोर नहीं करना प्लीज़। देन आपां आ जाने हैं ईथर्स ते। ईथर्स जिहड़े हैं उन्हां नू एल्कोक्सी अल्केन कहा जाता है। प्रेपरेशन फ्रॉम एल्कोहल आपां कीती है हुणे ये रिएक्शन कि कंसनट्रेटेड सल्फ्यूरिक एसिड दे नाल 413 कैलविन ते अपने कोले ईथर बनदा है। इस तो इलावा विलियमसन सिंथेसिस दे विच भी ईथर बनदा है। दैन ईथर्स दियां केमिकल प्रॉपर्टीज। सो ईथर्स तो आपां एल्काइल हैलाइड बना सकते हैं। ईथर्स तो आपां फिनोल्स बना सकते हैं। एक गल याद रखो एल्काइल एराइल ईथर दे विच फिनोल ते एल्काइल हैलाइड बनता है ते कदी भी एराइल हैलाइड ते अल्कोहल नहीं बनेगा। ठीक है।
ਡਾਈਇਰਾਈਲ ਈਥਰ ਜਿਵੇਂ ਕਿ ਡਾਈਫਿਨਾਈਲ ਈਥਰ ਹੈ, ਦੇ ਕੈਨ ਨੈਵਰ ਬੀ ਕਲੀਵਡ ਬਾਏ HI, ਠੀਕ ਹੈ। ਔਰ ਲਾਸਟ ਦੇ ਵਿੱਚ ਐਲਕੋਕਸੀ ਗਰੁੱਪ ਆਰਥੋ ਪੈਰਾ ਡਾਇਰੈਕਟਿੰਗ ਹੈ ਤੇ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦਿੰਦਾ ਹੈ, ਜਿੰਦੇ ਵਿੱਚ ਆਪਾਂ ਈਥਰਸ ਦੇ ਲਈ ਫਰੀਡਲ ਕਰਾਫਟ ਰਿਐਕਸ਼ਨਸ ਵੀ ਕੀਤੀਆਂ ਹੋਈਆਂ, ਤੁਸੀਂ ਇੱਥੇ ਆਪਣੇ ਨੋਟਸ ਦੇ ਵਿੱਚ ਐਡ ਔਨ ਕਰ ਸਕਦੇ ਹੋ ਉਹਨੂੰ। ਸੋ ਹੁਣ ਆ ਜਾਂਦੀਆਂ ਆਪਣੇ ਕੋਲੇ ਇੰਪੋਰਟੈਂਟ ਨੇਮਡ ਰਿਐਕਸ਼ਨ। ਸੋ ਸਭ ਤੋਂ ਪਹਿਲੇ ਹੈ ਡਾਊਸ ਪ੍ਰੋਸੈਸ, ਹੁਣੇ ਆਪਾਂ ਕੀਤਾ ਹੈ ਡਾਊਸ ਪ੍ਰੋਸੈਸ। ਗੱਲ ਇਹ ਹੈ ਕਿ ਆਪਾਂ ਇੱਕ ਥਾਂ ਤੇ ਇਹਨਾਂ ਨੂੰ ਲਿਖਣਾ ਹੈ। ਰੈਸਟਿਕ ਪ੍ਰੋਸੈਸ ਦੇ ਵਿੱਚ ਆਪਣੇ ਕੋਲੇ ਫੀਨੋਲ ਬਣਦਾ ਹੈ, ਡਾਊਸ ਪ੍ਰੋਸੈਸ ਦੇ ਵਿੱਚ ਵੀ ਆਪਣੇ ਕੋਲੇ ਫੀਨੋਲ ਬਣਦਾ ਹੈ। ਫਰੀਡਲ ਕਰਾਫਟ ਐਲਕਾਈਲੇਸ਼ਨ ਦੇ ਵਿੱਚ ਐਲਕਾਈਲ ਗਰੁੱਪ ਬੈਂਜ਼ੀਨ ਰਿੰਗ ਦੇ ਉੱਤੇ ਆਣੀ ਹੈ, ਚਾਹੇ ਇੱਥੇ OH ਲੱਗੇ ਹੈ ਤੇ ਚਾਹੇ ਕੋਈ ਇਹ ਈਥਰ ਹੈ, ਠੀਕ ਹੈ। ਨੈਕਸਟ ਹੈ ਫਰਾਈਜ਼ ਰੀਅਰੇਂਜਮੈਂਟ, ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈ। ਇੱਥੇ ਸਿਰਫ ਇਸ ਪੁਆਇੰਟ ਤੋਂ ਹਾਈਡਰੋਜਨ ਔਰ ਇਸ ਪੁਆਇੰਟ ਤੋਂ COCH3 ਗਰੁੱਪ, ਇਹਨੇ ਇੰਟਰਚੇਂਜ ਹੋਣਾ, ਇੱਕ ਤਰ੍ਹਾਂ ਰੀਅਰੇਂਜ ਹੋਣਾ। ਸੋ ਇੱਥੋਂ ਦੀ ਹਾਈਡਰੋਜਨ ਨਿਕਲ ਕੇ ਆਕਸੀਜਨ ਦੇ ਨਾਲ ਅਟੈਚ ਹੋ ਗਈ ਤੇ ਐਸੀਟਾਈਲ ਗਰੁੱਪ ਜਿਹੜਾ ਹੈ ਉਹ ਆਕਸੀਜਨ ਦੇ ਨਾਲੋਂ ਦੀ ਬੈਂਜ਼ੀਨ ਰਿੰਗ ਤੇ ਆ ਕੇ ਅਟੈਚ ਹੋ ਗਿਆ। ਸੋ ਨਾਮ ਬਣ ਜਾਏਗਾ ਪੈਰਾ ਹਾਈਡਰੋਕਸੀ ਐਸੀਟੋਫਿਨੋਨ ਜਾਂ this is sorry ortho hydroxy acetophenone ਤੇ para hydroxy acetophenone। ਇਹਨੂੰ ਫਰਾਈਜ਼ ਰੀਅਰੇਂਜਮੈਂਟ ਨੂੰ ਵੀ ਨੇਮਡ ਰਿਐਕਸ਼ਨਸ ਦੇ ਵਿੱਚ ਯਾਦ ਰੱਖਣਾ ਹੈ। ਇੰਪੋਰਟੈਂਟ ਨੇਮਡ ਰਿਐਕਸ਼ਨਸ ਦੇ ਵਿੱਚ ਕੋਲਬਸ ਰਿਐਕਸ਼ਨ, ਜਿੱਥੇ ਸੈਲਿਸਿਲਿਕ ਐਸਿਡ ਬਣਦਾ ਹੈ, then ਰੀਮਰ-ਟਾਈਮਨ ਰਿਐਕਸ਼ਨ, this is one of the very important reactions, ਕਲੋਰੋਫਾਰਮ ਦੇ ਨਾਲ ਸੈਲੀਸੈਲਡੀਹਾਈਡ ਔਰ CCl4 ਦੇ ਨਾਲ ਸੈਲਿਸਿਲਿਕ ਐਸਿਡ ਜਿਹੜਾ ਹੈ ਉਹ ਰੀਮਰ-ਟਾਈਮਨ ਰਿਐਕਸ਼ਨ ਤੋਂ ਬਣਦੇ। ਨੈਕਸਟ ਹੈ ਕਪਲਿੰਗ ਰਿਐਕਸ਼ਨ। ਕਪਲਿੰਗ ਰਿਐਕਸ਼ਨ ਦੇ ਵਿੱਚ ਆਪਣੇ ਕੋਲੇ ਔਰੇਂਜ ਕਲਰ ਦੀ ਡਾਈ ਬਣਦੀ ਹੈ ਫਰੋਮ ਫੀਨੋਲ ਤੇ ਇਹਦੇ ਚ ਬੈਂਜ਼ੀਨ ਡਾਇਜ਼ੋਨੀਅਮ ਕਲੋਰਾਈਡ ਇੰਪੋਰਟੈਂਟ ਇੰਗਰੀਡੀਐਂਟ ਹੈ ਔਰ ਇਹ ਆਈਸ ਕੋਲਡ ਟੈਂਪਰੇਚਰਸ ਤੇ ਹੁੰਦਾ ਹੈ, ਐਲਕਲਾਈਨ ਮੀਡੀਅਮ ਦੇ ਵਿੱਚ ਹੁੰਦਾ ਹੈ। ਲਾਸਟ ਆਪਾਂ ਵਿਲੀਅਮਸਨ ਸਿੰਥੇਸਿਸ, ਜਿੰਦੇ ਚ ਈਥਰਸ ਦੇ ਵਿੱਚ ਆਪਾਂ ਕੀਤਾ ਕਿ ਈਥਰਸ ਆਰ ਪ੍ਰੀਪੇਅਰਡ ਬਾਏ ਵਿਲੀਅਮਸਨ ਸਿੰਥੇਸਿਸ। ਹੁਣ ਆਂਦਾ ਹੈ ਆਪਣਾ ਸਭ ਤੋਂ ਇੰਪੋਰਟੈਂਟ ਟੌਪਿਕ ਅੱਜ ਦਾ, ਜਿਹੜਾ ਆਪਾਂ ਸਮਝਣਾ ਹੈ, that is ਇੰਟਰਕਨਵਰਸ਼ਨਸ ਆਫ ਐਲਕੋਹਲਸ। ਇੱਕ ਤਰ੍ਹਾਂ ਦੇ ਐਲਕੋਹਲ, ਜਿਵੇਂ ਪ੍ਰਾਇਮਰੀ ਐਲਕੋਹਲ ਤੋਂ ਆਪਾਂ ਸੈਕੰਡਰੀ ਐਲਕੋਹਲ ਕਿਵੇਂ ਬਣਾਣਾ। ਦੇਖੋ ਪਹਿਲਾਂ ਆਪਾਂ ਪ੍ਰਾਇਮਰੀ ਐਲਕੋਹਲ, ਮੰਨ ਲਓ ਇੱਥੇ ਪ੍ਰੋਪੇਨ 1 올 ਲਿੱਤਾ ਹੈ ਤੇ ਆਪਾਂ ਪ੍ਰੋਪੇਨ 2 올 ਤੱਕ ਪਹੁੰਚਣਾ ਹੈ। ਮਤਲਬ OH ਗਰੁੱਪ ਜਿਹੜਾ ਹੈ ਉਹ ਇਸ ਕਾਰਬਨ ਤੋਂ ਚੱਕ ਕੇ, ਮਤਲਬ ਜਿਹੜੀ ਫਰਸਟ ਕਾਰਬਨ ਤੇ OH ਲੱਗਿਆ ਹੋਇਆ ਨਾ, ਇੱਥੋਂ ਦੀ ਹਟਾ ਕੇ ਆਪਾਂ ਇਸ ਕਾਰਬਨ ਤੇ ਲੈ ਕੇ ਆਣਾ। ਸੋ ਆਪਾਂ ਕੀ ਕਰਦੇ ਆ, ਪਹਿਲਾਂ ਤਾਂ SOCl2 ਦੇ ਨਾਲ ਆਪਾਂ ਇਹਦੇ OH ਦੀ ਥਾਂ ਤੇ ਕਲੋਰੀਨ ਗਰੁੱਪ ਇੱਥੇ ਸਬਸਟੀਟਿਊਟ ਕਰ ਦਿੰਦੇ। ਦੈਨ ਐਲਕੋਹਲਿਕ KOH, ਐਲਕੋਹਲਿਕ KOH ਦੇ ਬਾਅਦ ਆਪਣੇ ਕੋਲੇ ਅਲਕੀਨ ਆ ਜਾਂਦੀ ਹੈ। ਇਹਨਾਂ ਦੋਨਾਂ ਦੇ ਵਿਚਕਾਰ, ਇੱਥੇ 2 ਕਾਰਬਨਸ ਦੇ ਵਿਚਕਾਰ ਡਬਲ ਬੌਂਡ ਆ ਜਾਏਗਾ। ਡਬਲ ਬੌਂਡ ਦੇ ਬਾਅਦ ਆਪਾਂ HBr, HBr ਜਿਹੜਾ ਹੈ ਆਪਾਂ ਕਹਿੰਦੇ ਆ ਨਾ ਕਿ ਮਾਰਕੋਨਿਕਵ ਰੂਲ ਫੋਲੋ ਕਰਦਾ ਹੈ, ਨੈਗੇਟਿਵ ਪਾਰਟ ਆਫ ਦੀ ਅਡੈਂਡਮ ਗੋਜ਼ ਟੂ ਦੈਟ ਕਾਰਬਨ ਵਿਚ ਹੈਜ਼ ਲੈਸਰ ਨੰਬਰ ਆਫ ਹਾਈਡਰੋਜਨਸ। ਸੋ Br ਜਿਹੜਾ ਹੈ ਉਹ ਸੈਂਟਰਲ ਪੋਜੀਸ਼ਨ ਤੇ ਲੱਗ ਗਿਆ। ਜਦੋਂ ਐਕੁਅਸ KOH ਦੀ ਹੈਲਪ ਲਵਾਂਗੇ ਤਾਂ Br ਦੀ ਥਾਂ ਤੇ ਆਪਣੇ ਕੋਲੇ OH ਆ ਜਾਏਗਾ। ਨਾਓ ਯੂ ਹੈਵ ਸੀਨ ਕਿ OH ਜਿਹੜਾ ਹੈ ਉਹ ਪ੍ਰਾਇਮਰੀ ਪੋਜੀਸ਼ਨ ਤੋਂ ਸੈਕੰਡਰੀ ਪੋਜੀਸ਼ਨ ਤੇ ਸ਼ਿਫਟ ਹੋ ਗਿਆ, ਠੀਕ ਹੈ। ਇਸੇ ਤਰੀਕੇ ਦੇ ਨਾਲ ਅੱਗੇ ਆਪਾਂ ਕਨਵਰਸ਼ਨ ਕਰਦੇ ਆਂ ਸੈਕੰਡਰੀ ਐਲਕੋਹਲ ਤੋਂ ਟਰਸ਼ਰੀ ਐਲਕੋਹਲ। ਹੁਣ ਇਹਦੇ ਵਿੱਚ ਆਪਾਂ ਸੈਕੰਡਰੀ ਪੋਜੀਸ਼ਨ ਤੋਂ OH ਨੂੰ ਚੱਕ ਕੇ ਟਰਸ਼ਰੀ ਪੋਜੀਸ਼ਨ ਤੇ ਲਿਆਣਾ। ਹੁਣ ਮਤਲਬ ਇਹ ਹੈ ਕਿ ਜੇ ਇੱਥੇ ਇਸ ਹਾਈਡਰੋਜਨ ਦੀ ਥਾਂ ਤੇ ਕਾਰਬਨ ਅਟੈਚ ਹੋ ਜੇ, ਸੋ ਕਾਰਬਨ ਕਿੱਦਾਂ ਅਟੈਚ ਹੋਏਗੀ, ਆਪਾਂ ਪਹਿਲਾਂ ਐਲਕੋਹਲ ਤੋਂ ਬਣਾ ਲੈਂਦੇ ਆ ਕੀਟੋਨ। ਸੋ ਕੀਟੋਨ ਦੇ ਉੱਤੇ RMGX, ਠੀਕ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ RMGX ਦੇ ਨਾਲ ਰਿਐਕਸ਼ਨ ਬਹੁਤ ਇੰਪੋਰਟੈਂਟ ਹੈ ਕਨਵਰਸ਼ਨਸ ਦੇ ਵਿੱਚ। ਸੋ ਇੱਥੇ R ਗਰੁੱਪ ਲੱਗ ਗਿਆ ਜੋ RMGX ਦਾ ਸੀਗਾ। ਸੋ ਐਲਕੋਹਲ ਗਰੁੱਪ ਉੱਥੇ ਹੀ ਹੈ OH ਗਰੁੱਪ, ਬਟ ਇੱਥੇ C ਦੇ ਨਾਲ ਆਪਣੇ ਕੋਲੇ ਇੱਕ ਕਾਰਬਨ ਐਡ ਹੋ ਜਾਂਦੀ ਹੈ, ਜਿਸ ਕਰਕੇ ਆਪਾਂ ਕਹਿੰਦੇ ਆ ਨਾਓ ਇਟ ਇਜ਼ ਟਰਸ਼ਰੀ ਐਲਕੋਹਲ। ਦੈਨ ਇਸੇ ਤਰ੍ਹਾਂ ਜੇ ਆਪਾਂ ਪ੍ਰਾਇਮਰੀ ਐਲਕੋਹਲ ਤੋਂ ਟਰਸ਼ਰੀ ਐਲਕੋਹਲ ਬਣਾਉਣਾ ਹੋਵੇ,
ਆ ਪ੍ਰਾਇਮਰੀ ਕਾਰਬਨ ਹੈ, ਇਹਦੇ ਨਾਲ OH ਗਰੁੱਪ ਅਟੈਚਡ ਹੈ। ਆਪਾਂ ਹੁਣ ਇਸ ਪੋਜੀਸ਼ਨ ਤੇ OH ਗਰੁੱਪ ਲੈ ਕੇ ਜਾਣਾ ਹੈ। ਸੋ ਵਟ ਵੀ ਡੂ, ਪਹਿਲਾਂ ਆਪਾਂ ਅਲਕੀਨ ਜਨਰੇਟ ਕੀਤੀ ਤੇ ਫਿਰ ਆਪਾਂ ਅਲਕੀਨ ਦੇ ਵਿੱਚ ਮਾਰਕੋਨਿਕਵ ਰੂਲ ਦੇ ਅਕੋਰਡਿੰਗਲੀ ਬ੍ਰੋਮੋ ਗਰੁੱਪ ਲਗਾਇਆ ਤੇ ਐਕੁਅਸ KOH ਦੀ ਪ੍ਰੈਜ਼ੈਂਸ ਦੇ ਵਿੱਚ ਆਪਾਂ ਬ੍ਰੋਮੀਨ ਦੀ ਥਾਂ ਤੇ OH ਗਰੁੱਪ ਲੈ ਆਂਦਾ ਐਂਡ ਦਿਸ ਇਜ਼ ਟਰਸ਼ਰੀ ਅਲਕੋਹਲ। ਸੋ ਥੋੜੀ ਜੀ ਪ੍ਰੈਜ਼ੈਂਸ ਆਫ ਮਾਈਂਡ ਆਪਾਂ ਹੁਣੇ ਇਹਦੀ ਪ੍ਰੈਕਟਿਸ ਕਰਦੇ ਆ ਬੇਟਾ, ਫਿਰ ਤੁਹਾਨੂੰ ਕੌਨਫੀਡੈਂਸ ਆਏਗਾ। ਫਾਈਨ। ਜੇ ਆਪਾਂ ਕੋਈ ਲੋਅਰ ਅਲਕੋਹਲ ਤੋਂ ਹਾਇਰ ਅਲਕੋਹਲ ਬਣਾਣਾ ਹੈ, ਮਤਲਬ ਮੀਥੇਨੋਲ ਤੋਂ ਇਥੇਨੋਲ, ਮੀਥੇਨੋਲ ਦੇ ਵਿੱਚ ਇੱਕ ਕਾਰਬਨ ਹੈ, ਉਹਦੇ ਤੋਂ ਆਪਾਂ 2 ਕਾਰਬਨ ਵਾਲੇ ਅਲਕੋਹਲ ਤੇ ਪਹੁੰਚਣਾ ਹੈ। ਸੋ ਆਪਾਂ ਕੀ ਕਰਦੇ ਆ, ਇੱਥੇ ਸਾਇਨਾਈਡ ਨੂੰ ਇੰਟਰੋਡਿਊਸ ਕਰਦੇ ਆ। ਪਹਿਲਾਂ ਅਲਕੋਹਲ ਤੋਂ ਆਇਓਡਾਈਡ ਬਣਾਇਆ, ਆਇਓਡਾਈਡ ਦੀ ਥਾਂ ਤੇ ਸਾਇਨਾਈਡ, ਦੈਨ ਰਿਡਕਸ਼ਨ ਕਰਤੀ ਔਰ ਆਪਣੇ ਕੋਲੇ ਅਮੀਨ ਬਣ ਗਈ। ਨਾਈਟਰਸ ਐਸਿਡ ਦੇ ਨਾਲ ਅਮੀਨ ਤੋਂ ਆਪਾਂ ਅਲਕੋਹਲ ਬਣਾ ਲਿਆ। ਇਸੇ ਤਰੀਕੇ ਨਾਲ ਜੇ ਆਪਾਂ ਹਾਇਰ ਅਲਕੋਹਲ ਤੋਂ ਲੋਅਰ ਅਲਕੋਹਲ ਵੱਲ ਜਾਣਾ ਹੋਵੇ, ਜਿਹਨੂੰ ਅਸੀਂ ਡਿਸੈਂਟ ਆਫ ਸੀਰੀਜ਼ ਕਹਿੰਦੇ ਆ, ਤਾਂ ਇਹਦੇ ਵਿੱਚ ਯਾਦ ਰੱਖੋ ਡੀਕਾਰਬੋਕਸਿਲੇਸ਼ਨ ਰਿਐਕਸ਼ਨ ਆਏਗੀ ਤਾਂ ਜਿਹੜੀ ਕਾਰਬਨ ਹੈ ਉਹ ਐਸ ਕਾਰਬਨ ਡਾਈਆਕਸਾਈਡ ਰਿਮੂਵ ਹੋ ਜਾਏਗੀ। 2 ਕਾਰਬਨ ਤੋਂ ਆਪਾਂ 1 ਕਾਰਬਨ ਤੇ ਜਾਣਾ ਹੈ। ਸੋ ਪਹਿਲਾਂ ਇਥੇਨੋਲ ਨੂੰ ਆਪਾਂ ਆਕਸੀਡਾਈਜ਼ ਕਰਦੇ ਆ, ਐਲਡੀਹਾਈਡ, ਦੈਨ ਕਾਰਬੋਕਸਿਲਿਕ ਐਸਿਡ, then sodium salt of carboxylic acid, a decarboxylation reaction आ गई, methane बन गई, then methyl chloride and methyl chloride to methanol. So like this we have completed the conversions. Now what is remaining? Conversions the practice. Okay, let's do it. ਸੋ ਆ ਤੁਹਾਡੇ ਸਾਹਮਣੇ ਹੁਣ ਮੈਂ ਪ੍ਰੈਕਟਿਸ ਵਾਸਤੇ ਕੁਝ ਕਨਵਰਸ਼ਨਸ ਲਿਖੀਆਂ ਹੋਈਆਂ ਕਿ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰਨੀ ਹੈ। ਠੀਕ ਹੈ, ਜਿਵੇਂ ਪ੍ਰੋਪੀਨ ਤੋਂ ਪ੍ਰੋਪੇਨ 2 ਓਲ ਕਿਵੇਂ ਬਣਾਉਣਾ ਹੈ, ਪ੍ਰੋਪੀਨ ਤੋਂ ਪ੍ਰੋਪੇਨ 1 ਓਲ ਕਿਵੇਂ ਬਣਾਉਣਾ ਹੈ। ਸੋ ਇਹਨਾਂ ਕਨਵਰਸ਼ਨਸ ਦੀ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਕਾਫੀ ਹੱਦ ਤੱਕ ਆਰਗੈਨਿਕ ਰਿਐਕਸ਼ਨਸ ਜਿਹੜੀਆਂ ਨਾ ਉਹ ਜ਼ਿਆਦਾ ਵਧੀਆ ਸਮਝ ਆਉਣ ਲੱਗ ਜਾਣਗੀਆਂ। ਤੇ ਇਹਦੇ ਲਈ ਕੁਝ ਹਿੰਟਸ ਹੁੰਦੇ ਆ ਬੇਟਾ, ਜਿਵੇਂ ਆਪਣਾ ਪਹਿਲਾ ਕੰਮ ਜਦੋਂ ਵੀ ਆਪਾਂ ਕਨਵਰਸ਼ਨਸ ਕਰਨੀ ਹੈ ਉਦੋਂ ਕੀ ਹੋਏਗਾ ਕਿ ਕਨਵਰਸ਼ਨਸ ਜਿਹੜੇ 2 ਸਟਰਕਚਰਸ ਤੋਂ ਕਰਨੀ ਹੈ ਨਾ, ਮਤਲਬ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪ੍ਰੋਪੀਨ ਤੋਂ ਪ੍ਰੋਪੇਨ 1 ਓਲ ਬਣਾਓ ਜਾਂ ਪ੍ਰੋਪੀਨ ਤੋਂ ਤੁਸੀਂ ਪ੍ਰੋਪੇਨ 2 ਓਲ ਬਣਾਓ, ਜਿਹੜੇ ਰਿਐਕਟੈਂਟ ਤੋਂ ਜਿਹੜੇ ਪ੍ਰੋਡਕਟ ਤੱਕ ਪਹੁੰਚਣਾ ਪਹਿਲੇ ਆਪਾਂ ਉਹਦੇ ਸਟਰਕਚਰਸ ਬਣਾਈਏ। ਠੀਕ ਹੈ, ਲਾਈਕ ਆਪਾਂ ਪ੍ਰੋਪੀਨ ਦਾ ਸਟਰਕਚਰ ਬਣਾ ਲਿਆ। ਠੀਕ ਹੈ, ਹੁਣ ਆਪਾਂ ਇੱਥੋਂ ਦੀ ਪਹੁੰਚਣਾ ਕਿੱਥੇ ਹੈ, ਪ੍ਰੋਪੇਨ 2 ਓਲ ਤੇ। ਪਹਿਲੇ ਆਪਾਂ ਇਹ ਸਟਰਕਚਰ ਬਣਾ ਲਏ ਕਿ ਕਿੱਥੋਂ ਚੱਲ ਕੇ ਕਿੱਥੇ ਤੱਕ ਆਪਾਂ ਪਹੁੰਚਣਾ ਹੈ। ਹੁਣ ਦੇਖੋ ਪਹਿਲੀ ਚੀਜ਼ ਇਹ ਦੇਖਣੀ ਹੁੰਦੀ ਹੈ ਕਿ ਕਾਰਬਨਸ ਦੀ ਗਿਣਤੀ ਬਰਾਬਰ ਹੈ। ਯੈਸ, ਜੇ ਕਾਰਬਨ ਦੀ ਗਿਣਤੀ ਬਰਾਬਰ ਹੈ ਤਾਂ ਇਹਦਾ ਮਤਲਬ ਨਾ ਤਾਂ ਸਾਨੂੰ ਐਸੈਂਟ ਮਤਲਬ ਕਿ ਕਾਰਬਨ ਦੀ ਗਿਣਤੀ ਵਧਾਉਣ ਦੀ ਲੋੜ ਨਹੀਂ ਹੈ, ਨਾ ਹੀ ਸਾਨੂੰ ਡਿਸੈਂਟ ਆਫ ਸੀਰੀਜ਼ ਦੀ ਲੋੜ ਹੈ। ਸੋ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਡਬਲ ਬੌਂਡ ਤੋਂ ਸਿੰਗਲ ਬੌਂਡ, ਮਤਲਬ ਅਗਲਾ ਸਟੈਪ ਇਹ ਹੈ, ਪਹਿਲੀ ਚੀਜ਼ ਤਾਂ ਹੈ ਕਿ ਸਟਰਕਚਰ ਡਰਾ ਕਰੋ ਰਿਐਕਟੈਂਟ ਤੇ ਪ੍ਰੋਡਕਟ ਦਾ। ਫਿਰ ਉਸ ਦੇ ਬਾਅਦ ਇਹ ਦੇਖੋ ਕਿ ਕੀ ਇਹਨਾਂ 'ਚ ਕਾਰਬਨਸ ਦੀ ਗਿਣਤੀ ਸੇਮ ਹੈ ਜਾਂ ਡਿਫਰੈਂਟ ਹੈ। ਇੱਥੇ ਸੇਮ ਹੈ। ਤੀਜੀ ਚੀਜ਼ ਇਹ ਦੇਖੋ ਵੀ ਜਿਹੜੀ ਡਬਲ ਬੌਂਡ ਹੈ ਉਹਦੇ ਅਕ੍ਰੋਸ ਐਡੀਸ਼ਨ ਹੋ ਰਹੀ ਹੈ, ਤਾਂ ਇੱਥੋਂ ਦੀ ਆਪਾਂ ਨੂੰ ਹਿੰਟ ਮਿਲ ਜਾਂਦਾ ਹੈ ਕਿ ਕੋਈ ਵੀ ਚੀਜ਼ ਬੇਟਾ ਰਿਐਕਟੈਂਟ ਹੈ ਨਾ, ਜੇ ਆਪਾਂ ਉਹਨੂੰ RX 'ਚ ਕਨਵਰਟ ਕਰ ਦਿੰਦੇ ਆ ਤਾਂ ਅੱਗੋਂ ਆਪਾਂ ਨੂੰ ਉਹਦਾ ਇੱਕ ਰਸਤਾ ਮਿਲਣਾ ਤੈਅ ਹੈ। ਜਿਵੇਂ ਹੁਣ ਇਸੇ ਕੇਸ ਦੇ ਵਿੱਚ ਪ੍ਰੋਪੀਨ ਤੋਂ CH3CH ਡਬਲ ਬੌਂਡ CH2 ਤੋਂ ਮੈਂ CH3OH ਪ੍ਰੋਪੇਨ 2 ਓਲ ਤੱਕ ਪਹੁੰਚਣਾ ਚਾਹਨੀ ਹੈ। ਸੋ ਮੇਰੀ ਪਹਿਲੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਮੈਂ ਅਲਕਾਈਲ ਹੈਲਾਈਡ ਤੱਕ ਪਹੁੰਚਾਂ। ਐਲਕਾਈਲ ਹੈਲਾਈਡ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ, ਜਾਂ ਤਾਂ H ਇੱਥੇ ਲੱਗ ਜੇ, ਇੱਥੇ Br ਲੱਗ ਜੇ, ਇਟ ਇਜ਼ ਐਂਟੀ ਮਾਰਕੋਨਿਕਵ ਰੂਲ। ਠੀਕ, ਮਤਲਬ ਮੈਂ ਇੱਥੇ HBr ਪਲੱਸ ਕਿਸੇ ਵੀ ਪਰਆਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ
ਸੋ ਐਂਟੀ ਮਾਰਕੋਨਿਕਵ ਰੂਲ ਦੇ ਨਾਲ ਆਪਣੇ ਕੋਲੇ ਬ੍ਰੋਮੀਨ ਜਿਹੜੀ ਹੈ ਉਸ ਕਾਰਬਨ ਤੇ ਆਏਗੀ ਜਿਹਦੇ ਕੋਲੇ ਜ਼ਿਆਦਾ ਹਾਈਡਰੋਜਨਸ ਹੈ। ਠੀਕ ਹੈ, ਹੁਣ ਜੇ ਇੱਥੋਂ ਦੀ ਆਪਾਂ ਸਿੰਪਲ ਹਾਈਡਰੋਲਿਸਿਸ ਕਰਦੇ ਹਾਂ ਤਾਂ OH ਜਿਹੜਾ ਇੱਥੇ ਨਹੀਂ ਲੱਗੇਗਾ। ਠੀਕ ਹੈ, ਹੁਣ ਇੱਥੇ OH ਚਾਹੀਦਾ ਹੈ, ਇਹਦਾ ਮਤਲਬ ਬ੍ਰੋਮੀਨ ਗਰੁੱਪ ਇੱਥੇ ਆਣਾ ਚਾਹੀਦਾ ਸੀ। ਇਹਦਾ ਮਤਲਬ ਐਂਟੀ ਮਾਰਕੋਨਿਕਵ ਨਹੀਂ, ਮਾਰਕੋਨਿਕਵ ਰੂਲ ਲੱਗੇਗਾ, ਇੱਥੇ H ਆਵੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਾਨੂੰ ਇਨੀਸ਼ੀਅਲ ਰਿਐਕਟੈਂਟ ਤੋਂ ਫਾਈਨਲ ਪ੍ਰੋਡਕਟ ਪਤਾ ਹੈ ਤਾਂ ਅਸੀਂ ਵਿਚਕਾਰ ਦਾ ਰਸਤਾ ਸੋਚ ਸਕਦੇ ਹਾਂ। ਬਟ ਇੱਕ ਚੀਜ਼ ਯਾਦ ਰੱਖੋ ਕਿ ਜੇ ਆਪਾਂ ਕੋਈ ਵੀ ਸਿਚੁਏਸ਼ਨ 'ਚ ਹੈ A ਤੋਂ B ਵੱਲ ਜਾਣਾ ਹੈ ਤਾਂ ਕੁਝ ਮਿੱਥੇ ਹੋਏ ਰਸਤੇ ਹੈ। ਜੇ ਤਾਂ ਬੇਟੇ A ਕੋਲੇ 2 ਕਾਰਬਨ ਹੈ ਤੇ B ਕੋਲੇ 3 ਕਾਰਬਨ ਹੈ ਤਾਂ ਅਸੀਂ ਰਸਤੇ ਦੇ ਵਿੱਚ RX ਲਿਆਵਾਂਗੇ। RX ਤੋਂ ਅਸੀਂ ਸਾਇਨਾਈਡ RCN ਤੱਕ ਪਹੁੰਚਾਂਗੇ ਤੇ ਫਿਰ ਅਸੀਂ ਕਾਰਬਨ ਦੀ ਗਿਣਤੀ ਇੱਥੇ ਵੱਧ ਜਾਂਦੀ ਹੈ। ਜੇ ਅਸੀਂ 3 ਕਾਰਬਨ ਤੋਂ 2 ਕਾਰਬਨ ਤੱਕ ਜਾਣਾ ਹੈ ਤਾਂ ਉਦੋਂ ਰਸਤੇ ਦੇ ਵਿੱਚ ਸਾਡੇ ਕੋਲੇ ਡੀਕਾਰਬੋਕਸੀਲੇਸ਼ਨ ਰਿਐਕਸ਼ਨ ਆਣੀ ਜ਼ਰੂਰੀ ਹੈ ਕਿ ਕਾਰਬਨ ਜਿਹੜੀ ਹੈ ਇੱਕ ਕਾਰਬਨ ਨਿਕਲ ਜੇ। ਠੀਕ ਹੈ, ਇਸੇ ਤਰੀਕੇ ਨਾਲ ਮੰਨ ਲਓ ਜੇ ਗਿਣਤੀ ਸਾਡੇ ਕੋਲੇ ਬਰਾਬਰ ਹੈ, 3 ਕਾਰਬਨ ਇੱਥੇ ਹੈ 3 ਕਾਰਬਨ ਇੱਥੇ ਹੈ, ਤਾਂ ਵੀ ਰਸਤੇ ਦੇ ਵਿੱਚ ਜੇ RX ਆ ਜਾਂਦਾ ਹੈ ਨਾ ਤਾਂ ਸਾਡੇ ਕੋਲੇ ਡਿਜ਼ਾਇਰੇਬਲ ਪ੍ਰੋਡਕਟ ਡਿਜ਼ਾਇਰੇਬਲ ਪੋਜੀਸ਼ਨ ਤੇ ਆ ਜਾਂਦੇ ਆ। ਸੋ ਇਹ ਤਾਂ ਹੈ ਹਿੰਟਸ ਜਿਨ੍ਹਾਂ ਨਾਲ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਕਨਵਰਸ਼ਨਸ ਕਰ ਸਕਦੇ ਹੋ। ਜੇ ਆਪਾਂ ਫਿਨੋਲ ਦੀਆਂ ਕਨਵਰਸ਼ਨਸ ਨੂੰ ਦੇਖੀਏ ਤਾਂ ਫਿਨੋਲ ਦੀਆਂ ਕਨਵਰਸ਼ਨਸ ਦੇ ਵਿੱਚ ਇਹ ਹੈ ਕਿ ਆਪਣੇ ਕੋਲੇ ਫਿਨੋਲ ਤੋਂ ਬੈਂਜ਼ੀਨ ਤੱਕ ਪਹੁੰਚਣ ਦਾ ਰਸਤਾ ਤੇ ਬੈਂਜ਼ੀਨ ਤੋਂ ਅੱਗੇ ਕਾਫੀ ਰਿਐਕਸ਼ਨਸ ਜਾਂਦੀਆਂ, ਜਾਂ ਫਿਨੋਲ ਦੀਆਂ ਤੁਹਾਨੂੰ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਬੇਟਾ ਬੈਂਜ਼ੀਨ ਤੋਂ ਜੇ ਆਪਾਂ ਡਾਇਜ਼ੋਨੀਅਮ ਕਲੋਰਾਈਡ ਬਣਾ ਲੈਂਦੇ ਆ ਤਾਂ ਵੀ ਆਪਣੇ ਕੋਲੇ ਕਾਫੀ ਰਸਤੇ ਓਪਨ ਹੋ ਜਾਂਦੇ ਆ। ਚਾਹੇ ਬੈਂਜ਼ੀਨ ਤੋਂ ਬਣਾ ਲਓ ਜਾਂ ਫਿਨੋਲ ਤੋਂ ਆਪਾਂ ਡਾਇਜ਼ੋਨੀਅਮ ਕਲੋਰਾਈਡ ਤੱਕ ਪਹੁੰਚ ਸਕਦੇ ਆ। ਠੀਕ ਹੈ, ਪਹਿਲੇ ਫਿਨੋਲ ਤੋਂ ਐਨਲਿਨ ਬਣਾਓ, ਦੈਨ ਐਨਲਿਨ ਤੋਂ ਆਪਣੇ ਕੋਲੇ ਡਾਇਜ਼ੋਨੀਅਮ ਕਲੋਰਾਈਡ ਬਣ ਸਕਦਾ ਹੈ ਤੇ ਇਹਦੇ ਤੋਂ ਅੱਗੇ ਆਪਣੀਆਂ ਕਾਫੀ ਰਿਐਕਸ਼ਨਸ ਸੋਲਵ ਹੋ ਸਕਦੀਆਂ। ਫਾਈਨ, ਸੋ ਆਈ ਹੋਪ ਕਿ ਜਿਹੜੀ ਤੁਹਾਨੂੰ ਮੈਂ ਪ੍ਰੈਕਟਿਸ ਵਾਸਤੇ ਦਿੱਤੀ ਹੈ ਤੁਸੀਂ ਇਹਨਾਂ ਨੂੰ ਅੱਛੇ ਤਰੀਕੇ ਨਾਲ ਕਰੋਗੇ ਤੇ ਜੇ ਕੋਈ ਤੁਹਾਨੂੰ ਪ੍ਰੋਬਲਮ ਆਂਦੀ ਹੈ ਮੈਨੂੰ ਲੇਟਰ ਔਨ ਕਮੈਂਟ ਬਾਕਸ 'ਚ ਲਿਖ ਕੇ ਤੁਸੀਂ ਪੁੱਛ ਸਕਦੇ ਹੋ। ਓਕੇ, ਸੋ ਇਸ ਰਿਵੀਜ਼ਨ ਲੈਕਚਰ ਦੇ ਬਾਅਦ ਬੇਟਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਕੁਝ ਕੌਨਫੀਡੈਂਸ ਬੈਟਰ ਹੋਇਆ ਹੋਵੇਗਾ। ਚੈਪਟਰ ਤੇ ਜਿਹੜੀ ਗ੍ਰਿਪ ਹੈ ਉਹ ਥੋੜੀ ਬੈਟਰ ਹੋ ਜਾਂਦੀ ਹੈ ਜਦੋਂ ਆਪਾਂ ਕਨਵਰਸ਼ਨਸ ਕਿਵੇਂ ਕਰਨੀ ਹੈ ਇਹ ਵੀ ਸਿੱਖ ਲੈਂਦੇ ਹਾਂ ਤਾਂ। ਤੇ ਆਈ ਹੋਪ ਕਿ ਹੁਣ ਤੁਸੀਂ ਟਰਮ 2 ਦੇ ਸਬਜੈਕਟਿਵ ਟਾਈਪ ਕੁਐਸਚਨ ਪੇਪਰ ਦੇ ਲਈ ਪੂਰੀ ਤਰ੍ਹਾਂ ਰੈਡੀ ਹੋ। ਤੇ ਬੇਟਾ ਜਿਨ੍ਹਾਂ ਸਟੂਡੈਂਟਸ ਨੇ ਕੋਈ ਕੰਪੀਟੀਸ਼ਨਸ ਵੀ ਏਮ ਕੀਤੇ ਹੋਏ ਆ ਤਾਂ ਤੁਸੀਂ ਬੇਟਾ ਮਲਟੀਪਲ ਚੋਇਸ ਕੁਐਸਚਨਸ ਦੀ ਵੀ ਤਿਆਰੀ ਨਾਲ ਦੀ ਨਾਲ ਕਰੋ। ठीक है, सो अपना कॉपी पेन अपने कोल रखा करो, मैक्सिमम रिटन प्रैक्टिस करो ताकि टर्म 2 ਦੇ ਵਿੱਚ ਤਾਂ ਤੁਹਾਡੇ ਮਾਰਕਸ ਅੱਛੇ ਆਣ, ਨਾਲ ਦੀ ਨਾਲ ਬੇਟਾ ਤੁਹਾਡਾ ਜਿਹੜਾ ਕੰਪੀਟੀਸ਼ਨਸ ਵਾਲਾ ਏਮ ਹੈ ਉਹ ਵੀ ਪੂਰਾ ਹੋ ਜਾਏ। ਸੋ ਥੈਂਕਸ ਫॉर ਵਾਚਿੰਗ।